ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਅੱਜ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪੰਜਾਬ ਵਿੱਚ ਚੱਲ ਰਹੀ ਮਿਊਨਿਸਪਲ ਇਲੈਕਸ਼ਨ ਬਾਰੇ, ਔਰ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਵਿਚਾਰ ਚਰਚਾ ਵਾਸਤੇ ਹਾਜ਼ਰ ਨੇ ਲਖਵਿੰਦਰ ਕੌਸ਼ਿਕ ਜੀ। ਸਤਿ ਸ਼੍ਰੀ ਅਕਾਲ ਕੌਸ਼ਿਕ ਸਾਹਿਬ। ਲਖਵਿੰਦਰ ਜੀ, ਹੁਣ ਤੋਂ ਕੁਝ ਘੰਟਿਆਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਮਿਊਨਿਸਪਲ ਇਲੈਕਸ਼ਨਸ ਹੋ ਰਹੀਆਂ ਜੀ, ਸਥਾਨਕ ਸਰਕਾਰਾਂ ਵਾਲੀਆਂ ਜੀ, ਸਰਕਾਰਾਂ ਪਤਾ ਨਹੀਂ ਕਿਉਂ ਕਹਿੰਦੇ ਉਹਨਾਂ ਨੂੰ ਜੀ, ਸਥਾਨਕ ਦਾ ਮਤਲਬ ਲੋਕਲ ਜੀ, ਬਿਲਕੁਲ ਠੀਕ ਹੈ ਜੀ। ਉਹਨਾਂ ਦੀ ਇਲੈਕਸ਼ਨ ਹੋ ਰਹੀ ਆ, ਔਰ ਪੰਜਾਬ ਦੀਆਂ ਜਿਹੜੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ, 4 ਵੱਡੀਆਂ ਪਾਰਟੀਆਂ ਜੀ, ਬਿਲਕੁਲ, ਜਿਨ੍ਹਾਂ ਵਿੱਚ ਰਾਜ ਕਰਦੀ ਪਾਰਟੀ ਕਾਂਗਰਸ ਹੈ, ਦੂਜੇ ਨੰਬਰ ਤੇ ਅਕਾਲੀ ਦਲ ਹੈ, ਤੀਜੇ ਤੇ ਬੀਜੇਪੀ ਵੀ ਕਹਿ ਸਕਦੇ ਹਾਂ, ਚੌਥੇ ਤੇ ਚਲੋ ਆਮ ਆਦਮੀ ਪਾਰਟੀ। ਕੁਛ ਆਜ਼ਾਦ ਉਮੀਦਵਾਰ ਵੀ ਜਿਹੜੇ ਆ ਆਪਦੀ ਕਿਸਮਤ ਅਜਮਾ ਰਹੇ ਜੀ, ਬਿਲਕੁਲ। ਪਰ ਜਿਸ ਤਰੀਕੇ ਦੇ ਨਾਲ ਇਹ ਇਲੈਕਸ਼ਨ ਲੜੀ ਜਾ ਰਹੀ ਆ, ਉੱਥੋਂ ਖਬਰਾਂ ਆ ਰਹੀਆਂ, ਉਹ ਬੜੀਆਂ ਦੁਖਦਾਇਕ ਵੀ ਹੈ, ਹੈਰਾਨੀਜਨਕ ਵੀ ਹੈ ਜੀ, ਜੀ, ਬਿਲਕਲ। ਉਂਝ ਤਾਂ ਵੈਸੇ ਕੁਝ ਮੰਦਭਾਗੀਆਂ ਵੀ ਕਹਿ ਸਕਦੇ, ਜਦੋਂ ਵੀ ਇਦਾਂ ਹੁੰਦੀਆਂ ਮੰਦਭਾਗੀਆਂ, ਜਦੋਂ ਵੀ ਇਹ ਇਲੈਕਸ਼ਨ ਹੁੰਦੀ ਹੈ ਜੀ, ਇਦਾਂ ਦੀਆਂ ਖਬਰਾਂ ਆਉਂਦੀਆਂ ਹੀ ਹੁੰਦੀਆਂ। ਅਸੀਂ ਢੀਠ ਕਿਸਮ ਦੇ ਲੋਕ, ਅਸੀਂ ਭੁੱਲ ਜਾਂਦੇ ਹਾਂ ਤੇ ਸਾਨੂੰ ਕਰੰਟ ਜਿਹੜੀ ਗੱਲ ਉਹ ਚੇਤੇ ਰਹਿੰਦੀ ਹੈ। ਹੁਣ ਵੀ ਮੋਗੇ ਦੇ ਵਿੱਚ 2 ਵਿਅਕਤੀਆਂ ਦਾ ਮਾਰਿਆ ਜਾਣਾ ਇਸ ਇਲੈਕਸ਼ਨ ਦੌਰਾਨ ਜੀ ਜੀ ਮੰਦਭਾਗਾ, ਬਹੁਤ ਹੀ ਅਫਸੋਸਨਾਕ ਆ। ਔਰ ਇਹ ਤੋਂ ਪਤਾ ਲੱਗਦਾ ਕਿ ਅਸੀਂ ਲੋਕ ਕਿੰਨੇ ਕੁ ਸੱਭਿਅਕ ਆ ਜੀ, ਬਿਲਕੁਲ। ਮੈਨੂੰ ਤਾਂ ਲੱਗਦਾ ਨਹੀਂ ਕਿ ਅਸੀਂ ਆਪਣੇ ਸੱਭਿਅਕ ਹੋਣ ਦੇ ਹੱਕਦਾਰ ਜੀ, ਬਿਲਕੁਲ। ਕੋਈ ਇਸ ਤਰ੍ਹਾਂ ਉਹੀ ਗੱਲ ਆ ਗਈ ਜੀ ਵੀ ਜਿਹੜੇ ਰਾਜਕਰਤਾ ਪਾਰਟੀਆਂ ਨੇ ਜਾਂ ਜਿਹੜੇ ਵੱਡੇ ਲੀਡਰ ਨੇ, ਲੋਕਾਂ ਨੂੰ ਭੜਕਾ ਕੇ ਆਪਸ ਦੇ ਵਿੱਚ ਉੱਪਰਲੇ ਲੈਵਲ ਤੇ ਇੱਕ ਹੁੰਦੇ ਨੇ ਤੇ ਥੱਲੇ ਵਾਲੇ ਭੜਕ ਜਾਂਦੇ ਨੇ। ਵੋਟਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਆਪਸੀ ਦੁਸ਼ਮਣੀਆਂ, ਆਪਸੀ ਰੰਜਿਸ਼ਾਂ ਬਹੁਤ ਹੁੰਦੀਆਂ ਨੇ ਜੀ। ਪਹਿਲੀ ਗੱਲ ਤਾਂ ਇਹ ਹੈ ਜੀ ਕੌਸ਼ਿਕ ਸਾਹਿਬ, ਰਾਜ ਕਰਦੀ ਪਾਰਟੀ ਕੋਈ ਵੀ ਹੋਵੇ ਜੀ, ਬਿਲਕੁਲ, ਡਜ਼ਨਟ ਮੈਟਰ ਜੀ, ਉਹ ਕਾਂਗਰਸ ਹੈ ਜਾਂ ਅਕਾਲੀ ਭਾਜਪਾ, ਪਹਿਲਾਂ ਹੁੰਦੇ ਰਹੇ ਗੱਠਜੋੜ, 9 ਮਾਸ ਦਾ ਰਿਸ਼ਤਾ। ਅਜੇ ਕੁਝ ਜੰਮੇ ਕੁਝ ਦਿਨ ਹੋਏ ਆ ਜੀ, ਜੀ, ਜਦੋਂ ਇਹ 9 ਮਾਸ ਦਾ ਰਿਸ਼ਤਾ ਟੁੱਟ ਗਿਆ ਜੀ, ਬਿਲਕੁਲ ਠੀਕ ਹੈ ਜੀ। ਤੇ ਹੁਣ ਉਹ ਇੱਕ ਦੂਜੇ ਦੇ ਪ੍ਰਤੀ ਜਿਹੜੀ ਆ ਉਹ ਇੰਨੀ ਭੜਾਸ ਕੱਢ ਰਹੇ ਆ, ਗੰਦੀ ਸ਼ਬਦਾਵਲੀ ਵਰਤ ਰਹੇ ਆ ਜੀ, ਜੀ, ਜੀ। ਉਸ ਤਰੀਕੇ ਦੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ। ਪਰ ਰਾਜ ਕਰਦੀ ਪਾਰਟੀ ਕਿਸੇ ਵੀ ਤਰੀਕੇ ਦੇ ਨਾਲ ਇਹ ਸਥਾਨਕ ਸਰਕਾਰਾਂ ਵਾਲੀ ਚੋਣ ਜਿਹੜੀ ਉਹ ਜਿੱਤਣੀ ਚਾਹੁੰਦੀ ਹੁੰਦੀ ਹੈ ਜੀ, ਬਿਲਕੁਲ, ਜਿੱਤਦੀ ਵੀ ਹੈ ਜੀ, ਜੀ, ਮੈਜੋਰਿਟੀ ਲੈ ਜਾਂਦੀ ਹੈ ਜੀ, ਜੀ, ਬਿਲਕੁਲ। ਉਂਝ ਤੁਸੀਂ ਦੇਖੋ ਹਾਲਾਤ ਕੀ ਬਣੇ ਆ ਜੀ। ਜੇ ਰਾਜ ਕਰਦੀ ਪਾਰਟੀ ਸੱਚੀ ਮੁੱਚੀ ਸਾਰੀਆਂ ਮਿਊਨਿਸਪੈਲਿਟੀਆਂ ਤੇ ਸਾਰੇ ਨਗਰ ਪੰਚਾਇਤਾਂ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਉਹਨੇ ਕੈਂਡੀਡੇਟ ਸਾਰੀ ਥਾਂ ਕਿਉਂ ਨਹੀਂ ਖੜੇ ਕੀਤੇ ਜੀ, ਜੀ, ਬਿਲਕੁਲ। ਬਹੁਤ ਸਾਰੀ ਥਾਵਾਂ ਤੇ ਉਹਨਾਂ ਨੂੰ ਕੈਂਡੀਡੇਟ ਮਿਲੇ ਹੀ ਨਹੀਂ। ਔਰ ਇਹ ਪਹਿਲੀ ਵਾਰੀ ਹੋਇਆ ਵੀ ਕੋਈ ਵੀ ਪਾਰਟੀ ਜਿਹੜੀ ਆ ਉਹ ਕਿਸੇ ਗੱਠਜੋੜ 'ਚ ਸ਼ਾਮਲ ਨਹੀਂ ਹੈ, ਸ਼ਾਮਲ ਨਹੀਂ, ਤੇ ਪੂਰਨ ਰੂਪ ਦੇ ਵਿੱਚ ਆਪਣੇ ਕੈਂਡੀਡੇਟ ਵੀ ਨਹੀਂ ਖੜੇ ਕਰ ਸਕੇ। ਹਾਂਜੀ, ਔਰ ਤੁਸੀਂ ਦੇਖੋ ਕੈਂਡੀਡੇਟ ਖੜੇ ਨਹੀਂ ਹੋਏ। ਇਹੋ ਜਿਹੀ ਸਿਚੁਏਸ਼ਨ ਜਿਹੜੀ ਹੈ, ਇਹੋ ਜਿਹੇ ਹਾਲਾਤ ਜਿਹੜੇ ਆ ਉਹ ਅਕਾਲੀ ਦਲ ਦੇ ਵੀ ਹੈ ਜੀ, ਤੇ ਇਹੋ ਜਿਹੇ ਹਾਲਾਤ ਹੀ ਆਮ ਆਦਮੀ ਪਾਰਟੀ ਦੇ ਆ ਜੀ, ਬਿਲਕੁਲ। ਬੀਜੇਪੀ ਦੇ ਹਾਲਾਤ ਕੁਝ ਵੱਖਰੇ ਜੀ। ਬੀਜੇਪੀ ਦੇ ਜਿਹੜੇ ਹਾਲਾਤ ਨੇ ਵੱਖਰੇ, ਜੋ ਕਿਸਾਨੀ ਅੰਦੋਲਨ ਨੂੰ ਚੱਲਦੇ ਹੋਏ ਨੇ ਜੀ, ਬਿਲਕੁਲ। ਲੋਕਾਂ ਦਾ ਰੋਸ ਕਿਸਾਨੀ ਅੰਦੋਲਨ ਦੇ ਵਿੱਚ ਦੇਖੋ ਜੀ, ਉਹਨਾਂ ਨੇ ਇਹ ਕਹਿ ਲਓ ਵੀ ਆਪ ਬੈਲ ਮੁਝੇ ਮਹਿਰ ਵਾਲੀ ਗੱਲ ਕੀਤੀ ਆ। ਉਹਨਾਂ ਦੇ ਛੋਟੇ ਲੀਡਰ ਤੋਂ ਲੈ ਕੇ ਵੱਡੇ ਲੀਡਰ ਤੱਕ ਸਾਰਿਆਂ ਨੇ ਕਿੱਲ ਕੇ ਕਿਸਾਨੀ ਅੰਦੋਲਨ ਦੇ ਖਿਲਾਫ ਬਿਆਨਬਾਜ਼ੀ ਕੀਤੀ ਆ, ਜਿਹਨੂੰ ਆਮ ਲੋਕਾਂ ਨੇ ਚੰਗਾ ਨਹੀਂ ਸਮਝਿਆ। ਕੋਈ ਕਿਸਾਨੀ ਅੰਦੋਲਨ 'ਚ ਸ਼ਾਮਲ ਹੋਇਆ ਜਾਂ ਨਹੀਂ ਹੋਇਆ, ਪਰ ਕਿਸਾਨੀ ਅੰਦੋਲਨ ਨੂੰ ਸਮਝਦਾ ਹਰ ਕੋਈ ਹੈ। ਔਰ ਕਿਸਾਨਾਂ ਦੀਆਂ ਮੰਗਾਂ ਜਾਂ ਜਿਹੜੇ ਉਹਨਾਂ ਦੇ ਕਾਨੂੰਨ ਵਾਪਸ ਕਰਨ ਦੀ ਗੱਲ ਕੀਤੀ ਗਈ ਆ, ਉਹਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਮਦਰਦੀ ਰੱਖਦੇ ਆ ਜੀ, ਬਿਲਕੁਲ। ਜਿਹੜੀ ਕਿਸਾਨੀ ਅੰਦੋਲਨ ਆ ਮੋਸਟਲੀ ਇਹ ਪਿੰਡਾਂ ਦੇ ਨਾਲ ਰਿਲੇਟਡ ਹੁੰਦਾ, ਪਰ ਅੱਜ ਜਿਹੜਾ ਸ਼ਹਿਰ ਦੇ ਵਿੱਚ ਜਿਹੜੇ ਆਮ ਪਬਲਿਕ ਆ, ਜਿਹਨਾਂ ਨੂੰ ਪਤਾ ਲੱਗ ਚੁੱਕਿਆ, ਉਹ ਸਮਝ ਚੁੱਕੇ ਨੇ ਵੀ ਕਿਸਾਨੀ ਅੰਦੋਲਨ ਦੇ ਚੱਲਦੇ ਸਾਡੇ ਤੇ ਵਜਨ ਪੈਣਾ ਕਿੰਨਾ, ਮਤਲਬ ਆਮ ਪਬਲਿਕ ਨੂੰ ਜਿਹੜਾ ਦੂਸਰਾ ਐਕਟ ਹੈਗਾ ਉਹ ਨੁਕਸਾਨ ਕਰੂਗਾ। ਤੇ ਉਸ ਚੱਲਦੇ ਨੂੰ ਹਰ ਇੱਕ ਬੰਦਾ ਅੱਜ ਜਾਗਰੂਕ ਹੋ ਚੁੱਕਾ। ਬਿਲਕੁਲ, ਤੁਸੀਂ ਐਕਟ ਦੀ ਗੱਲ ਕੀਤੀ ਜੀ। ਇਕੱਲਾ ਕਿਸਾਨਾਂ ਨਾਲ ਇਹ ਸੰਬੰਧ ਨਹੀਂ ਹੈਗਾ, ਆਮ ਲੋਕਾਂ ਨਾਲ ਜ਼ਖੀਰੇਬਾਜ਼ੀ ਵੱਧ ਜਾਣੀ ਹੈ। ਅੱਗੇ ਹੁੰਦਾ ਸੀ ਨਾ ਜੀ, 1955 'ਚ ਇੱਕ ਕਾਨੂੰਨ ਬਣਿਆ ਸੀ ਕਿ ਜ਼ਖੀਰੇਬਾਜ਼ੀ ਨਹੀਂ ਕੀਤੀ ਜਾ ਸਕਦੀ। ਜ਼ਖੀਰੇਬਾਜ਼ੀ ਦਾ ਮਤਲਬ ਤੁਸੀਂ ਲੋੜ ਤੋਂ ਵੱਧ ਇੱਕ ਫਿਕਸ ਮਿਆਦ ਤੋਂ, ਇੱਕ ਮਿਕਦਾਰ ਤੋਂ ਵੱਧ ਜਿਹੜਾ ਵਾ ਉਹ ਜ਼ਰੂਰੀ ਚੀਜ਼ਾਂ ਸਟੋਰੇਜ ਨਹੀਂ ਕਰ ਸਕਦੇ। ਹੁਣ ਤਾਂ ਉਹ ਕਾਨੂੰਨ ਹੀ ਚੱਕਦਾ ਜੀ, 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 ਠੀਕ ਹੈ ਜੀ। ਇਹ 65 ਸਾਲ ਬਾਅਦ ਲੋੜ ਪੈ ਗਈ ਕਿ ਨਹੀਂ ਜੀ, ਜ਼ਖੀਰੇਬਾਜ਼ੀ ਵਿਰੁੱਧ ਕੋਈ ਕਾਨੂੰਨ ਨਹੀਂ ਹੋਣਾ ਚਾਹੀਦਾ। ਅੱਗੇ ਹੁੰਦਾ ਸੀਗਾ ਵੀ ਜੇ ਕੋਈ ਬਲੈਕ ਕਰਦਾ ਜੀ, ਬਿਲਕੁਲ, ਖਾਣ ਪੀਣ ਵਾਲੀਆਂ ਵਸਤਾਂ ਦੇ ਉੱਤੇ ਮਤਲਬ ਨਿਗਾਹ ਰੱਖਦੀ ਸੀ ਗਵਰਨਮੈਂਟ ਵੀ, ਕੋਈ ਬੰਦਾ ਖਾਣ ਪੀਣ ਵਾਲੀਆਂ ਵਸਤਾਂ ਸਟੋਰੇਜ ਨਾ ਕਰ ਸਕੇ। ਸਟੋਰੇਜ ਕਰਨ ਦੇ ਪਿੱਛੇ ਉਹਨਾਂ ਦੀ ਭਾਵਨਾ ਇਹੀ ਹੁੰਦੀ ਸੀ ਨਾ ਕਿ ਬਲੈਕ ਕਰਾਂਗੇ, ਮਹਿੰਗੇ ਭਾਅ ਵੇਚਾਂਗੇ, ਤੇ ਉਹ ਕਾਨੂੰਨ ਹੀ ਹੁਣ ਹੈ ਨਹੀਂ। ਸੋ ਮਿਊਨਿਸਪੈਲਿਟੀ ਦੀਆਂ ਇਲੈਕਸ਼ਨਾਂ ਦੇ ਵਿੱਚ, ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਇਸ ਗੱਲ ਉੱਤੇ ਚਰਚਾ ਹੋਣੀ ਸੁਭਾਵਕ ਸੀ ਜੀ, ਬਿਲਕੁਲ ਹੋਈ ਵੀ ਹੈ। ਔਰ ਬੀਜੇਪੀ ਨੂੰ ਪਹਿਲੀ ਵਾਰੀ ਇਸ ਤਰੀਕੇ ਦੀ ਨਮੋਸ਼ੀ ਜਿਹੜੀ ਉਹ ਸਾਹਮਣੀ
ਸਾਹਮਣਾ ਕਰਨਾ ਪਿਆ ਨਮੋਸ਼ੀ ਦਾ, ਜੀ ਜੀ ਬਿਲਕੁਲ ਫੇਸ ਕਰਨੀ ਪਈ ਹੈ ਜਦੋਂ ਔਰਤਾਂ ਨੇ ਉਹਨਾਂ ਕੈਂਡੀਡੇਟਾਂ ਨੂੰ ਕੁੱਟਿਆ ਫੜ ਜੀ ਜੀ ਬਿਲਕੁਲ। ਔਰ ਬਹੁਤ ਸਾਰੇ ਕੈਂਡੀਡੇਟ ਪਤਾ ਲੱਗੇ ਹੈਗੇ ਆ ਕਿ ਉਹਨਾਂ ਨੇ ਆਪਦੇ ਜਿਹੜਾ ਰਾਜਸੀ ਪਾਰਟੀ ਦਾ ਚੋਣ ਨਿਸ਼ਾਨ ਆ ਉਹਦੇ ਤੇ ਇਲੈਕਸ਼ਨ ਵੀ ਨਹੀਂ ਲੜੀ ਜੀ। ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੇ ਜੀ ਬਿਲਕੁਲ। ਜਿਹੜੇ ਵੋਟਰ ਸੀ ਉਹ ਇਹ ਕਹਿ ਰਹੇ ਸੀ ਵੀ ਤੁਸੀਂ ਸੰਬੰਧਿਤ ਪਾਰਟੀ ਨੂੰ ਨਾਲ ਦੇ ਚੋਣ ਨਿਸ਼ਾਨ ਤੇ ਕਿਉਂ ਚੋਣ ਲੜ ਰਹੇ ਹੋ, ਜਦ ਕਿ ਪੂਰੇ ਦਾ ਪੂਰਾ ਜਿਹੜਾ ਕਿਸਾਨ ਨੇ ਜਾਂ ਲੋਕ ਆਮ ਪਬਲਿਕ ਇਹਨਾਂ ਤੋਂ ਦੁਖੀ ਹੋਈ ਆ, ਵੀ ਤੁਸੀਂ ਆਜ਼ਾਦ ਖੜੋ, ਅਸੀਂ ਤੁਹਾਨੂੰ ਵੋਟਾਂ ਪਾਉਣੇ ਆ। ਬਿਲਕੁਲ ਜੀ। ਇਹ ਦੇਖੋ ਹੁਣ ਦੂਜੀ ਪਾਸੇ ਸੀਗਾ ਜੀ ਗੱਲ ਆ ਸਕਦੀ ਆ ਕਿ ਹੁਣ ਤੋਂ ਕੁਝ ਘੰਟਿਆਂ ਬਾਅਦ ਹੀ ਚੋਣ ਹੋਣੀ ਆ, ਹੁਣ ਦੇ ਤੁਹਾਨੂੰ ਕੀ ਲੱਗਦਾ ਕਿ ਕੌਣ ਜਿੱਤੂਗਾ ਕੌਣ ਹਾਰੂਗਾ, ਇਦਾਂ ਦੀ ਗੱਲਾਂ ਆਮ ਤੌਰ ਤੇ ਪੁੱਛੀਆਂ ਜਾਂਦੀਆਂ ਔਰ ਮੀਡੀਆ ਉੱਤੇ ਡਿਸਕਸ ਕੀਤੀਆਂ ਜਾਂਦੀਆਂ। ਸੋਸ਼ਲ ਮੀਡੀਆ ਬੜਾ ਐਕਟਿਵ ਆ, ਸੋਸ਼ਲ ਮੀਡੀਆ ਦੇ ਉੱਤੇ ਕੋਈ ਕਿਸੇ ਪਾਰਟੀ ਦੇ ਕੈਂਡੀਡੇਟਾਂ ਦੀ ਸਪੋਰਟ ਕਰਦਾ, ਕੋਈ ਦੂਜੇ ਪਾਰਟੀ ਦੇ ਕੈਂਡੀਡੇਟਾਂ ਦੀ ਸਪੋਰਟ ਕਰਦਾ। ਮੈਨੂੰ ਪੁੱਛਿਆ ਜਾਵੇ ਤਾਂ ਜੀ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ, ਮੈਨੂੰ ਵੈਸੇ ਇਸ ਇਲੈਕਸ਼ਨ ਦੇ ਨਾਲ ਮੈਂ ਸਹਿਮਤ ਹੀ ਨਹੀਂ ਜੀ। ਬਿਲਕੁਲ ਜਿਹੜੀਆਂ ਮਿਊਨਿਸਪਲ ਇਲੈਕਸ਼ਨ ਮੈਂ ਇਹਨਾਂ ਨਾਲ ਸਹਿਮਤ ਨਹੀਂ ਹੈਗੇ, ਪਿੰਡਾਂ ਦੀਆਂ ਪੰਚਾਇਤਾਂ ਵਾਲੀਆਂ ਚੋਣਾਂ ਨਾਲ ਵੀ ਨਹੀਂ ਸਹਿਮਤ। ਇਹ ਧੜੇਬੰਦੀ ਪੈਦਾ ਕਰਦੀ ਹੈ, ਸਿੱਧੀ ਧੜੇਬੰਦੀ, ਔਰ ਜਿਹੜੀ ਰਾਜਸੀ ਪਾਰਟੀਆਂ ਦੀ ਪਹੁੰਚ ਜਿਹੜੀ ਆ, ਸਿਆਸੀ ਧਿਰਾਂ ਦੀ ਪਹੁੰਚ ਜਿਹੜੀ ਆ, ਉਹ ਸਾਡੇ ਚੁੱਲ੍ਹਿਆਂ ਤੱਕ ਪਹੁੰਚ ਗਈ। ਬਿਲਕੁਲ ਜੀ। ਉਹ ਲੋਕਾਂ ਨੂੰ ਪਾੜ ਕੇ, ਉਹੀ ਜਿਵੇਂ ਮੈਂ ਪਹਿਲਾਂ ਗੱਲ ਕਰ ਚੁੱਕਿਆ ਜੀ, ਆਪ ਉੱਪਰਲੇ ਲੈਵਲ ਤੇ ਇੱਕ ਹੁੰਦੇ ਨੇ, ਆਪ ਮੀਟਿੰਗਾਂ ਵੀ ਕਰਦੇ ਨੇ, ਆਪ ਇਕੱਠੇ ਵੀ ਹੱਸਦੇ ਵੀ ਨੇ, ਪਰ ਜਿਹੜੇ ਉਸ ਗਲੀ ਮਹੱਲੇ ਦੇ ਵਿੱਚ ਲੋਕ ਰਹਿ ਰਹੇ ਨੇ ਜਾਂ ਪਿੰਡਾਂ ਦੇ ਵਿੱਚ ਲੋਕ ਹੁੰਦੇ ਨੇ, ਜਿਵੇਂ ਹੁਣ ਛੋਟੇ ਕਸਬਿਆਂ ਦੇ ਵਿੱਚ ਵੀ ਚੋਣਾਂ ਹੋ ਰਹੀਆਂ ਨੇ ਜਿਹੜੇ ਇਸ ਦਾਇਰੇ ਦੇ ਵਿੱਚ ਆ ਚੁੱਕੇ ਨੇ, ਉੱਥੇ ਲੋਕਾਂ ਦਾ ਦਫਾੜ ਹੋ ਜਾਂਦਾ ਜੀ। ਕਈ ਮਹੀਨੇ ਲੋਕਾਂ ਦਾ ਮੂੰਹ ਬਿੰਗੇ ਰਹਿੰਦੇ ਨੇ, ਤਾਂ ਮੈਨੂੰ ਨਹੀਂ ਵੋਟਾਂ ਪਾਈਆਂ। ਲੋਕਾਂ ਦਾ ਇੱਕ ਝੰਡੀ ਤੋਂ, ਇੱਕ ਪੋਸਟਰ ਤੋਂ ਕੰਮ ਸ਼ੁਰੂ ਹੋ ਜਾਂਦਾ, ਤਾਂ ਮੇਰੀ ਝੰਡੀ ਨਹੀਂ ਲਵਾਈ ਜੀ। ਦੇਖੋ ਜੀ, ਮੈਂ ਤਾਂ ਇਸ ਪੱਖ 'ਚ ਹੈਗਾ ਕਿ ਜਿਹੜੀ ਸਰਕਾਰ ਹੋਵੇ ਜੀ, ਡਜ਼ਨਟ ਮੈਟਰ ਪੰਜਾਬ ਦੀ ਸਰਕਾਰ ਨੂੰ ਚਲਾਉਣ ਵਾਲੀ ਪਾਰਟੀ ਕਾਂਗਰਸ ਹੈ ਜਾਂ ਅਕਾਲੀ ਬੀਜੇਪੀ ਹੈਗੇ ਆ ਜਾਂ ਆਮ ਆਦਮੀ ਪਾਰਟੀ, ਕੋਈ ਵੀ ਹੈ ਜੀ, ਉਹ ਹੀ ਉਹਨੂੰ ਨੋਮੀਨੇਟ ਕਰ ਦਿਆ ਕਰੇ ਜੀ। ਬਿਲਕੁਲ ਨੋਮੀਨੇਟ ਕਰ ਦੇਵੇ ਕਿ ਸਾਡੇ ਹੇਠਲੇ ਪੱਧਰ ਤੇ ਆਹ ਨੁਮਾਇੰਦੇ ਹੈਗੇ ਜੀ, ਇਹਦਾ ਦੋਹਰਾ ਫਾਇਦਾ ਹੋਊਗਾ। ਬਿਲਕੁਲ। ਮੈਂ ਕਹਿੰਦਾ ਜੀ ਉਹ ਵੀ ਨਾ ਕਰ, ਨੋਮੀਨੇਟ ਵੀ ਨਾ ਕਰਨ, ਪ੍ਰਬੰਧਕ ਲਗਾ ਦੇਣ ਜੀ। ਜਦੋਂ ਕੰਮ ਦੇਖੋ ਹੋਣੇ ਨੇ ਬਾਅਦ ਵਿੱਚ, ਪਹਿਲਾਂ ਚਾਹੇ ਕੋਈ ਨਗਰ ਪੰਚਾਇਤ, ਪ੍ਰਬੰਧਕ ਤਾਂ ਚਲੋ ਸਰਕਾਰੀ ਬੰਦਾ ਹੋ ਗਿਆ ਨਾ ਜੀ। ਜੇ ਹੁਣ ਰਾਜਸੀ ਬੰਦੇ ਵੀ ਤਾਂ ਖੁਸ਼ ਕਰਨਾ ਕਿ ਨਹੀਂ, ਰਾਜਸੀ ਇਹ ਹੋਣੇ ਨਹੀਂ ਚਾਹੀਦੇ ਜੀ ਲੈਵਲ ਦੇ ਵਿੱਚ, ਕਿਉਂਕਿ ਦਫਾੜ ਹੁੰਦੇ ਨੇ ਜੀ। ਨਹੀਂ, ਇੱਕ ਧਿਰ ਮੰਨ ਲਓ ਅੱਜ ਦੀ ਡੇਟ ਵਿੱਚ ਕਾਂਗਰਸ ਦਾ ਰਾਜ ਆ ਜੀ ਪੰਜਾਬ ਵਿੱਚ, ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਸਰਕਾਰ ਚੱਲਦੀ ਪਈ ਹੈ, ਜੇ ਸਾਲ ਖੰਡ ਹੋਰ ਬਾਕੀ ਰਹਿੰਦਾ ਜੀ, ਤੇ ਉਹਨਾਂ ਨੂੰ ਕਹਿ ਤਾ ਜਾਏ ਵੀ ਜਿਹੜਾ 1 ਸਾਲ ਤੁਸੀਂ ਤੁਹਾਡਾ ਬਾਕੀ ਹੈਗਾ, ਤੁਸੀਂ ਨੋਮੀਨੇਟ ਕਰ ਦਿਓ ਵੀ ਭਾਈ ਫਲਾਣੇ ਪਿੰਡ ਦਾ ਆਹ ਸਰਪੰਚ ਹੋਊਗਾ, ਉਹਦੇ ਨਾਲ ਆਹ ਪੰਚ ਹੋਣਗੇ। ਨਹੀਂ, ਮੈਂ ਕਹਿੰਦਾ ਜੀ ਸਰਪੰਚ ਪੰਚ ਨਾਲੋਂ ਪਿੰਡਾਂ 'ਚ ਜੇ ਕਮੇਟੀਆਂ ਬਣਾਈਆਂ ਜਾਣ ਜੀ, ਉਹ ਜ਼ਿਆਦਾ ਬੈਟਰ ਰਹਿਣਗੀਆਂ। ਇੱਕ ਕਮੇਟੀ ਬਣ ਜੇ, ਉਹਨੂੰ ਪੰਚ ਸਰਪੰਚੀ ਵਾਲਾ ਜਾਂ ਮਿਊਨਿਸਪਲ ਕੌਂਸਲ ਵਾਲਾ ਉਹਦਾ ਨਾ ਦਿੱਤਾ ਜਾਵੇ। ਉਹਦੇ ਪਿੱਛੇ ਜਿਹੜਾ ਰੀਜ਼ਨ ਮੈਂ ਸਮਝਦਾ ਜੀ, ਇੱਕ ਤਾਂ ਇੱਕ ਲੜਾਈ ਝਗੜਾ ਨਹੀਂ ਹੋਊਗਾ ਜੀ, ਬਿਲਕੁਲ। ਦੂਜਾ ਇਹ ਹੈਗਾ ਕਿ ਜਿਹੜੀ ਸਰਕਾਰੀ ਗਰੰਟਾਂ ਆਉਣੀਆਂ ਹੁੰਦੀਆਂ ਜੀ, ਬਿਲਕੁਲ, ਉਹ ਪਹੁੰਚਣਗੀਆਂ। ਨਹੀਂ ਹੁਣ ਦੇਖੋ, ਆਮ ਤੌਰ ਤੇ ਪਿੰਡਾਂ ਦੇ ਲੋਕਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ, ਉਹ ਜੀ ਕਾਂਗਰਸ ਦਾ ਰਾਜ ਆ, ਅਸੀਂ ਤਾਂ ਅਕਾਲੀ ਸੀਗੇ, ਸਾਡੇ ਪਿੰਡ ਨੂੰ ਤਾਂ ਕਈ ਗਲੀਆਂ ਨਾਲੀਆਂ ਵਾਸਤੇ ਪੈਸੇ ਨਹੀਂ ਆਏ ਹਾਂਜੀ, ਜਾਂ ਇੱਥੇ ਸਾਨੂੰ ਕੋਈ ਹੋਰ ਜਿਹੜੀਆਂ ਸਕੂਲ ਵਾਸਤੇ ਕੋਈ ਗ੍ਰਾਂਟ ਨਹੀਂ ਮਿਲੀ, ਜਾਂ ਕੋਈ ਪਿੰਡ 'ਚ ਡਿਸਪੈਂਸਰੀ ਹੈ ਨਹੀਂ, ਜਾਂ ਅਸੀਂ ਕਹਿ ਥੱਕ ਗਏ ਇੱਥੇ ਟੀਚਰ ਭੇਜੋ, ਇੱਦਾਂ ਦੀ ਗੱਲਾਂ ਮਤਲਬ ਆਈਆਂ। ਜਦੋਂ ਉਹਨਾਂ ਦੇ ਆਪਦੇ ਬੰਦੇ ਹੋਣਗੇ, ਫਿਰ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜੀ, ਬਿਲਕੁਲ, ਕਿ ਉਹ ਕਹਿਣ। ਕੱਲ ਨੂੰ ਮੰਨ ਲਓ ਆਉਣ ਵਾਲੇ ਦਿਨਾਂ ਦੇ ਵਿੱਚ 2022 ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਬਣ ਜਾਂਦੀ ਹੈ, ਜਾਂ ਬੀਜੇਪੀ ਦੀ ਬਣ ਜਾਂਦੀ ਹੈ, ਜਾਂ ਆਮ ਆਦਮੀ ਪਾਰਟੀ ਦਾ ਦਾ ਲੱਗ ਜਾਂਦਾ ਜੀ, ਇਹਨਾਂ ਚੋਂ ਕੋਈ ਵੀ ਬਣ ਜਾਂਦਾ ਤੇ ਉਹ ਆਪਦੇ ਬੰਦੇ ਨੋਮੀਨੇਟ ਕਰ ਲੈਣ ਜੀ, ਉਹ ਕਹਿਣਗੇ ਸਾਡੇ ਰਿਪਰੈਜ਼ੈਂਟੇਟਿਵ ਹੈਗੇ, ਇਹਨਾਂ ਰਾਹੀਂ ਅਸੀਂ ਕੰਮ ਕਰਾਂਗੇ ਪੂਰੇ ਪੰਜਾਬ ਦਾ ਵਿਕਾਸ ਕਰਾਂਗੇ। ਜਿਵੇਂ ਪਿੰਡ ਲੈਵਲ ਦੇ ਉੱਤੇ ਕਮੇਟੀਆਂ ਵਗੈਰਾ ਬਣ ਜਾਣ ਜੀ, ਕਮੇਟੀ ਆ ਜਿਹੜੀ, ਉਹ ਇੱਕ ਪੂਰੀ ਕਮੇਟੀ, ਉਹਦੇ ਵਿੱਚ ਸਾਰੇ ਪਿੰਡ ਦੇ ਲੋਕ ਜਿਹੜੇ ਸ਼ਾਮਲ ਹੋਣਗੇ, ਮੇਨ ਬੁੱਧੀਜੀਵੀ ਹੋਣਗੇ ਉਹਦੇ ਵਿੱਚ। ਉਹ ਕਮੇਟੀ ਇੱਕ ਜਿਹੜਾ ਮੇਨ ਗਵਰਨਮੈਂਟ ਵੱਲੋਂ ਬੰਦਾ ਹੋਊਗਾ, ਉਹਨੂੰ ਸੁਝਾਅ ਦੇਣਗੇ ਵੀ ਸਾਡੇ ਪਿੰਡ ਦੇ ਵਿੱਚ ਆਹ ਡਿਵੈਲਪਮੈਂਟ ਹੋਣ ਵਾਲੀ ਹੈ ਜੀ, ਠੀਕ ਹੈ ਜੀ। ਉਹਦੇ ਵਿੱਚ ਉਸ ਤੋਂ ਬਾਅਦ ਕੋਈ ਨਾਲੇ ਤਾਂ ਗਵਰਨਮੈਂਟ ਦਾ ਬਜਟ ਘਟਦਾ, ਗ੍ਰਾਂਟ, ਜਿਵੇਂ ਆਪਣੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਕਹਿੰਦੇ ਸੀ ਵੀ 1 ਰੁਪਿਆ ਚੱਲਦਾ ਸੈਂਟਰ ਤੋਂ, ਪਿੰਡ ਦੇ ਵਿੱਚ 20 ਪੈਸੇ ਹੀ ਪਹੁੰਚਦੇ ਨੇ, ਰਸਤੇ ਵਿੱਚ 80 ਪੈਸੇ। ਠੀਕ ਹੈ, ਉਹ ਬਿਲਕੁਲ ਸਹੀ ਹੈ, ਅੱਜ ਵੀ ਉਦਾਂ ਹੀ ਹੁੰਦਾ ਜੀ। ਗ੍ਰਾਂਟਾਂ ਦੇ ਵਿੱਚੋਂ ਗੱਫੇ ਖਾਏ ਜਾਂਦੇ ਨੇ, ਕਰਪਸ਼ਨ ਜਿਹੜੀ ਆ ਉਹ ਹਰ ਲੈਵਲ ਤੇ ਹੈ ਜੀ। ਮਿਊਨਿਸਪਲ ਕਮੇਟੀ ਦੇ ਵਿੱਚ ਵੀ ਆਪਾਂ ਸ਼ਹਿਰਾਂ ਦੇ ਵਿੱਚ ਗਲੀਆਂ ਕਿੰਨੀ ਵਾਰੀ ਦੁਬਾਰਾ ਗਲੀਆਂ ਨਹੀਂ ਠੀਕ ਆਉਣ ਡੀਆਂ ਸਾਡੀਆਂ। ਦੇਖੋ, ਆਪਣਾ 70 ਸਾਲ ਤੋਂ ਵੱਧ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਜੀ, ਅੱਜ ਤੱਕ ਆਪਣਾ ਸ਼ਹਿਰ ਕੋਈ ਵੀ, ਚਾਹੇ ਪਿੰਡ ਆ ਜੀ, ਉਹ ਗਲੀਆਂ ਨਾਲੀਆਂ ਇਹਨਾਂ ਦੇ ਉੱਤੋਂ ਹੀ ਨਹੀਂ ਨਿਕਲ ਚੁੱਕਿਆ ਜੀ। ਸੀਵਰੇਜ 10-10 ਵਾਰੀ ਪੈ ਜਾਂਦੇ। ਸਾਡੇ ਮਲੇਰਕੋਟਲਾ ਸ਼ਹਿਰ ਆ ਜੀ, ਹਾਲ ਦੇਖੋ ਜਾ ਕੇ, ਬਹੁਤ ਬੁਰਾ ਹਾਲ ਹੈ ਜੀ। ਈਵਨ ਮਤਲਬ ਰਾਜਕਰਤਾ ਪਾਰਟੀ ਦੇ ਉੱਥੇ ਜਿਹੜੇ ਨੁਮਾਇੰਦੇ ਹੈਗੇ ਨੇ, ਮਤਲਬ ਕਈ ਵਾਰੀ ਸੀਵਰੇਜ ਪੱਟ ਕੇ ਪਾਇਆ ਜਾ ਚੁੱਕਿਆ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇਹ ਅਸਲ ਵਿੱਚ ਦੇਖੋ, ਪਿੰਡਾਂ 'ਚ ਕੋਈ ਕਿਸੇ ਵੇਲੇ ਰਿਵਾਜ ਹੁੰਦਾ ਸੀਗਾ ਸਰਬਸੰਮਤੀ ਕਰਨ ਦਾ ਜੀ। ਪਿੰਡ ਦੇ ਕਿਸੇ ਸਿਆਣੇ ਪੜ੍ਹੇ ਲਿਖੇ ਬੰਦੇ ਨੂੰ ਉਹਨਾਂ ਨੇ ਕਹਿਣਾ ਸਰਪੰਚ ਬਣਾਉਣ ਜਾ ਜੀ,
ਤੇ ਉਹਨਾਂ ਨੂੰ ਸਰਪੰਚ ਨੂੰ ਹੀ ਅਖਤਿਆਰ ਹੋ ਜਾਣਾ ਵੀ ਤੁਸੀਂ ਆਪਦੇ ਨਾਲ ਪੰਚਾਂ ਦੀ ਕਮੇਟੀ ਇੱਕ ਖੜੀ ਕਰ ਲਓ ਤਾਂ ਕਿ ਤੁਸੀਂ ਪਿੰਡ ਦਾ ਵਿਕਾਸ ਉਹ ਲੋਕਾਂ ਨੂੰ ਚਾਹ ਹੁੰਦਾ ਸੀ, ਕਮਿਟਮੈਂਟ ਹੁੰਦੀ ਸੀਗੀ ਕਿ ਅਸੀਂ ਆਪਦੇ ਪਿੰਡ ਦਾ ਆਪਦੇ ਹਲਕੇ ਦਾ ਵਿਕਾਸ ਕਰਨਾ। ਠੀਕ ਹੈ ਜੀ, ਸਰਕਾਰੀ ਦਰਬਾਰੇ ਪਹੁੰਚ ਕਰਕੇ ਉੱਥੋਂ ਪੈਸੇ ਲੈ ਕੇ ਆਉਣੇ ਆ ਤੇ ਅਸੀਂ ਡਿਵੈਲਪਮੈਂਟ ਕਰਨੀ। ਹੁਣ ਉਹ ਚਾਹ ਤਾਂ ਖਤਮ ਹੋ ਗਿਆ, ਹੁਣ ਤਾਂ ਦਾ ਆ ਗਿਆ। ਜੀ ਬਿਲਕੁਲ ਉਹੀ ਗੱਲ ਆ ਵੀ ਸਰਕਾਰ ਇੱਕ ਪਾੜਾ ਵਧਾਉਂਦੀ ਹੈ ਲੋਕਾਂ ਦੇ ਵਿੱਚ। ਦੇਖੋ 5 ਸਾਲ ਲਈ ਇਲੈਕਸ਼ਨ ਹੁੰਦੀ ਹੈ ਜੀ, 3 ਸਾਲ ਲੋਕਾਂ ਦੇ ਮੂੰਹ ਮੋਟੇ ਰਹਿੰਦੇ ਨੇ ਜੀ, 3-4 ਸਾਲ ਬਾਅਦ ਲੋਕ ਇਕੱਠੇ ਉਠੇ ਹਮ ਵੀ ਭਰਨ ਲੱਗਦੇ ਨੇ ਜੇ ਪਿੰਡਾਂ ਦੇ ਖੁੰਡਾਂ ਦੇ ਵਿੱਚ ਜਾਂ ਸੱਥਾਂ ਦੇ ਵਿੱਚ ਜਾਂ ਗੱਲ ਕਰਨ ਲੱਗਦੇ ਨੇ। ਹੁਣ 14 ਤਰੀਕ ਨੂੰ ਜੀ ਵੋਟਾਂ ਪੈਣੀਆਂ, ਸਵੇਰੇ 8 ਵਜੇ ਸ਼ੁਰੂ ਹੋਣੀਆਂ, ਸ਼ਾਮੀ 4 ਵਜੇ ਖਤਮ ਹੋ ਜਾਣੀਆਂ। ਜੀ ਬਿਲਕੁਲ। ਮੈਨੂੰ ਕੋਈ ਪੁੱਛੇ ਤੇ ਮੈਂ ਇਹ ਜ਼ਰੂਰ ਸਮਝਦਾ ਕਿ ਇੱਕ ਛੋਟੀ ਜਿਹੀ ਇਲੈਕਸ਼ਨ ਆ ਤੇ ਸ਼ਾਮ ਨੂੰ ਜੇ ਉਸੇ ਵੇਲੇ 4 ਵਜੇ ਤੋਂ ਬਾਅਦ ਹੀ ਕਾਊਂਟਿੰਗ ਸ਼ੁਰੂ ਹੁੰਦੀ ਜੀ ਤੇ ਮੈਨੂੰ ਨਹੀਂ ਲੱਗਦਾ ਕਿ 10 ਵਜੇ ਤੋਂ ਪਹਿਲਾਂ ਰਿਜ਼ਲਟ 10 ਵਜੇ ਤੱਕ ਰਿਜ਼ਲਟ ਹਰ ਹਾਲਤ 'ਚ 10 ਵਜੇ ਤੱਕ ਰਿਜ਼ਲਟ ਆ ਜਾਣਾ ਸੀਗਾ। ਲੋਕੀ ਪਿੰਡਾਂ 'ਚ ਸ਼ਹਿਰਾਂ 'ਚ ਜਾਗਦੇ ਰਹਿੰਦੇ, ਕੋਈ ਵੱਡੀ ਗੱਲ ਨਹੀਂ ਹੈਗੀ। ਜੀ ਬਿਲਕੁਲ। ਇਹ 17 ਤਰੀਕ ਨੂੰ ਰਿਜ਼ਲਟ ਡਿਕਲੇਅਰ ਕਰਨਾ ਆਪਣੇ ਆਪ ਵਿੱਚ ਸ਼ੰਕਾ ਲੋਕਾਂ ਦੇ ਵਿੱਚ ਪੈਦਾ ਕਰਨ ਵਾਲੀ ਗੱਲ ਹੈ ਕਿ 17 ਤੱਕ ਕਿਉਂ ਇਦਾਂ ਕਰਨਾ ਜੀ? ਕੋਈ ਛੁੱਟੀਆਂ ਨਹੀਂ, ਕੋਈ ਸਰਕਾਰੀ ਵਿੱਚ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਠੀਕ ਹੈ ਜੀ, ਚਲੋ ਇੱਥੇ ਤਾਂ 14 ਦੀ ਬਾਅਦ 15 ਨੂੰ ਫਿਰ ਫੈਮਿਲੀ ਡੇ ਦੀ ਛੁੱਟੀ ਆ ਕੈਨੇਡਾ ਦੇ ਵਿੱਚ। ਇੰਡੀਆ ਤੇ ਫੈਮਿਲੀ ਡੇ ਮਨਾਉਣ ਨੂੰ ਫੈਮਿਲੀ ਭੁੱਲੀ ਪਈ ਹੈ, ਉੱਥੇ ਤਾਂ ਕੋਈ ਛੁੱਟੀ ਹੋਣੀ ਗੱਲ ਹੀ ਹੈ ਨਹੀਂਗੀ। ਸੋ ਮਤਲਬ ਇਸ ਤਰੀਕੇ ਦੀ ਜਿਹੜੀ ਪ੍ਰਕਿਰਿਆ ਇਹ ਇੱਕ ਸਿਸਟਮ ਦੇ ਵਿੱਚ ਸ਼ੰਕਾ ਪੈਦਾ ਕਰਦੀ ਹੈ। ਜਿੱਦਾਂ EVM ਮਸ਼ੀਨਾਂ ਬਾਰੇ ਵੀ ਹੁਣ ਤੱਕ ਰਾਜਸੀ ਪਾਰਟੀਆਂ ਜਿਹੜੀਆਂ ਕਹੀ ਜਾਂਦੀਆਂ ਹੈਗੀਆਂ ਕਿ ਮਸ਼ੀਨਾਂ ਦੀ ਨਾਲ ਜਿੱਤ ਕੇ ਲੋਕਾਂ ਤੇ ਰਾਜ ਕਰਨ ਦਾ ਹੀਲਾ ਵਸੀਲਾ ਕੀਤਾ ਜਾਂਦਾ ਹੈਗਾ। ਸੋ ਮਤਲਬ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀਆਂ ਇਹ ਚੋਣਾਂ ਹੋ ਰਹੀਆਂ, ਇਹਨਾਂ ਚੋਣਾਂ ਨੂੰ ਕੋਈ ਜੇ ਇਹ ਕਵੇ ਕਿ ਇਹ ਸੈਮੀ ਫਾਈਨਲ ਹੈ, ਇਹਦੇ ਵਿੱਚ ਜਿੱਤ ਕੇ ਤੁਸੀਂ ਬਹੁਤ ਵੱਡੀ ਕੋਈ ਮਾਰਕਾ ਮਾਰ ਲੈਣਾ ਜਾਂ ਆਉਣ ਵਾਲੀ ਜਿਹੜੀ ਅਗਲੇ ਸਾਲ ਇਲੈਕਸ਼ਨ ਜਨਰਲ ਇਲੈਕਸ਼ਨ ਪੰਜਾਬ ਵਿੱਚ ਹੋਣੀ ਆ ਉਹ ਸ਼ਾਇਦ ਪਹਿਲਾਂ ਹੀ ਹੋ ਜਾਏ ਜਿੱਦਾਂ ਦੇ ਹਾਲਾਤ ਬਣੇ ਪਏ ਆ। ਪਰ ਜੇ ਉਦੋਂ ਵੀ ਹੋਵੇ ਤੇ ਅਜੇ 1 ਸਾਲ ਬਾਕੀ ਹੈਗਾ। 1 ਸਾਲ ਬਾਅਦ ਜੇ ਇਲੈਕਸ਼ਨ ਜਿਹੜੀ ਇਹ ਇਲੈਕਸ਼ਨ ਜਿਹੜੀ ਆ ਉਸ ਇਲੈਕਸ਼ਨ ਨੂੰ ਪ੍ਰਭਾਵਿਤ ਕਰੂਗੀ ਮੈਨੂੰ ਨਹੀਂ ਲੱਗਦਾ। ਠੀਕ ਹੈ ਜੀ, ਹੁਣ ਉਹ ਪਿਛਲੀ ਵਾਰੀ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਅਕਾਲੀ ਦਲ ਦਾ ਤਾਂ ਬਿਸਤਰਾ ਗੋਲ ਹੀ ਹੋ ਗਿਆ ਸੀ, BJP ਦਾ ਤਾਂ ਉਦੋਂ ਵੱਧ ਹਾਲਤ ਮਾੜੀ ਸੀ। ਅੱਜ ਦੇ ਦਿਨਾਂ ਵਿੱਚ ਉਹਨਾਂ ਦੋਨਾਂ ਪਾਰਟੀਆਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈਗੀ। ਜੇ ਅਸੀਂ ਸੋਚ ਲਈਏ ਕਿ ਨਹੀਂ ਅਕਾਲੀ ਦਲ ਦੀ ਹਾਲਤ ਜਿਹੜੀ ਆ ਉਹ ਕਾਫੀ ਚੰਗੀ ਹੈ, ਉਹਨਾਂ ਦਾ ਆਧਾਰ ਜਨ ਆਧਾਰ ਹੈ ਬਿਨਾਂ ਸ਼ੱਕ ਹੈ, ਅਜੇ ਉਸ ਤਰੀਕੇ ਦੀ ਪੋਜੀਸ਼ਨ ਨਹੀਂ ਬਣੀ ਜਿਸ ਤਰੀਕੇ ਦੀ ਹਾਲਾਤ ਜਿਹੜੇ ਆ ਉਹ BJP ਨੂੰ ਸਾਹਮਣਾ ਕਰਨਾ ਪੈ ਰਿਹਾ, ਅਕਾਲੀਆਂ ਨੂੰ ਇਸ ਤਰੀਕੇ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਆਮ ਆਦਮੀ ਪਾਰਟੀ ਬਾਰੇ ਕਿਹਾ ਜਾਂਦਾ ਕਿ ਉਸ ਵੇਲੇ ਉਹ ਮੁੱਖ ਵਿਰੋਧੀ ਪਾਰਟੀ ਬਣ ਗਈ ਸੀ, ਪਰ ਉਦੋਂ ਬਾਅਦ ਕਿਵੇਂ ਖੱਖਰੀਆਂ ਵਾਂਗੂ ਖਿੱਲਰ ਗਏ। ਇਹ ਗੱਲ ਵੀ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਰਹਿਣਾ ਵਾ। ਉਹ ਮਿਊਨਿਸਪੈਲਿਟੀ ਦੀ ਇਲੈਕਸ਼ਨ ਦੇ ਵਿੱਚ ਕਿੰਨੀ ਕੁ ਵੱਡੀ ਗਿਣਤੀ ਵਿੱਚ ਕੋਈ ਮਾਰਕਾ ਮਾਰ ਜਾਂਦੀਆਂ ਇਹ ਕਹਿ ਨਹੀਂ ਸਕਦੇ। ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਸ਼ਹਿਰ ਦਾ ਮੇਅਰ ਬਣਾ ਜਾਣਗੇ, ਕਿਸੇ ਸ਼ਹਿਰ ਦਾ ਕੋਈ ਪ੍ਰਧਾਨ ਬਣਾ ਜਾਣਗੇ, ਪੋਸੀਬਿਲਿਟੀ ਨਹੀਂ ਲੱਗਦੀ। ਜੀ ਬਿਲਕੁਲ। ਆਪਾਂ ਇੱਥੇ ਇਹ ਵੀ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਵੀ ਜਿਸ ਤਰ੍ਹਾਂ ਵੀ ਤੁਹਾਡੇ ਕੋਈ ਮੁਹੱਲੇ ਦੇ ਵਿੱਚ ਜਾਂ ਜਿਹੜੇ MC ਚੁਣੇ ਜਾਂਦੇ ਨੇ, ਨਗਰ ਜਿਹੜੇ ਚੋਣਾਂ ਹੋ ਰਹੀਆਂ ਉਹਨਾਂ ਦੇ ਵਿੱਚ ਜਿਹੜੇ ਮੈਂਬਰ ਚੁਣੇ ਜਾਣੇ ਨੇ, ਸਿਰਫ ਇੱਕ ਗੱਲ ਜ਼ਰੂਰ ਹਰ ਇੱਕ ਨੂੰ ਧਿਆਨ ਰੱਖਣਾ ਚਾਹੀਦਾ, ਜਿੱਤੇ ਜੋ ਮਰਜ਼ੀ ਕੋਈ ਵੀ ਜਿੱਤੇ ਜੀ, ਉਹਨਾਂ ਨੂੰ ਸਵਾਲ ਜਵਾਬ ਜ਼ਰੂਰ ਕਰਨੇ ਬਣਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। ਇਹ ਨਾ ਸਮਝੋ ਵੀ ਆਪਣੀ ਪਾਰਟੀ ਦਾ ਸੀ ਜਾਂ ਕਾਂਗਰਸ ਦਾ ਜਾਂ ਅਕਾਲੀਆਂ ਦਾ ਜਾਂ BJP ਦਾ ਜਾਂ ਆਮ ਆਦਮੀ ਪਾਰਟੀ ਦਾ ਵੀ ਇਹ ਜਿੱਤੇ ਆਪਾਂ ਨੇ ਪੁੱਛਣਾ ਹੈ। ਦੇਖੋ ਜੇ ਸਵਾਲ ਜਵਾਬ ਕਰਾਂਗੇ ਤਾਂ ਸਿਸਟਮ ਦੇ ਵਿੱਚ ਸੁਧਾਰ ਹੋ ਸਕਦਾ, ਅਦਰਵਾਈਜ਼ ਸਿਸਟਮ ਦੀ ਸੁਧਾਰ। ਮੈਂ 2 ਘਟਨਾਵਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਜੀ ਇਸ ਸਟੂਡੀਓ 'ਚ, ਇਸ ਪ੍ਰੋਗਰਾਮ ਵਿੱਚ ਬੈਠ ਕੇ। ਸਾਡੇ ਇਲਾਕੇ ਵਿੱਚ ਜੀ ਇਲੈਕਸ਼ਨ ਹੁੰਦੀ ਸੀ ਜਦੋਂ 1975 ਦੇ ਵਿੱਚ ਪਹਿਲੀ ਵਾਰੀ ਹਲਕਾ ਬਣਿਆ। ਬਿਲਕੁਲ। ਔਰ ਹਲਕੇ ਦੇ ਇੱਕ ਸ਼ਹਿਰ ਮੋਡਰੇ ਕਸਬੇ ਵਿੱਚ ਸ਼ਾਹਕੋਟ ਵਿੱਚ ਕਾਨਫਰੰਸ ਹੋਈ। ਉੱਥੇ ਇਲਾਕਾ ਨੌਜਵਾਨ ਸਭਾ ਇੱਕ ਹੁੰਦੀ ਸੀ, ਇਲਾਕੇ ਭਰ ਦੀ ਸਭਾ। ਬਿਲਕੁਲ। ਉਹ ਨੌਜਵਾਨ ਸਭਾ ਨੇ ਇੱਕ ਇਕੱਠ ਕੀਤਾ, ਉਹਦੇ 'ਚ ਕਿਹਾ ਕਿ ਜਿਹੜੇ ਕੈਂਡੀਡੇਟ ਖੜੇ ਹੋਏ ਆ ਇਲੈਕਸ਼ਨ ਦੇ ਵਿੱਚ ਵੱਖਰੀਆਂ ਪਾਰਟੀਆਂ ਦੇ, ਉਹ ਆ ਕੇ ਸਾਡੇ ਇਹਨਾਂ ਸਵਾਲਾਂ ਦੇ ਜਵਾਬ ਦੇਣ। ਬਿਲਕੁਲ। ਠੀਕ ਹੈ ਜੀ। 1-2 ਕੈਂਡੀਡੇਟ ਤਾਂ ਆਏ ਹੀ ਨਹੀਂ। ਜਿਹੜੇ ਆਏ ਉਹਨਾਂ ਨੂੰ ਕੱਲਾ ਸਵਾਲ ਕੀਤਾ ਗਿਆ, ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ ਜਵਾਬ ਦਿਓ। ਉਹ ਵੱਖਰੀ ਗੱਲ ਹੈ ਕਿ ਜਿਹੜੇ ਪੋਲੀਟੀਸ਼ੀਅਨ ਹੈਗੇ ਉਹ ਜਵਾਬ ਦੇਣ 'ਚ ਮਾਹਰ ਹੁੰਦੇ ਆ, ਮਾਸਟਰ ਹੁੰਦੇ, ਉਹਨਾਂ ਨੂੰ ਪਤਾ ਹੈ ਕਿੱਦਾਂ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਸਕਦਾ, ਉਹ ਬਣਾ ਲਿਆ। ਠੀਕ ਹੈ ਜੀ। ਇੱਕ ਸਿਲਸਿਲਾ ਜਿਹੜਾ ਸੀ ਸ਼ੁਰੂ ਹੋਇਆ ਬੜਾ ਚੰਗਾ ਸੀਗਾ। ਇੱਦਾਂ ਹੀ ਸਾਡੇ ਅੱਜ ਉੱਥੇ ਨਗਰ ਪੰਚਾਇਤ ਹੈਗੀ ਆ, ਪਰ ਉਸ ਤੋਂ ਪਹਿਲਾਂ ਉਹ ਪੰਚਾਇਤ ਹੀ ਹੁੰਦੀ ਸੀ ਤੇ ਉਦੋਂ ਇੱਕ ਮੂਵਮੈਂਟ ਚੱਲੀ ਕਿ ਜਿਹੜਾ ਹੈਗਾ ਵਾ ਸਰਬਸੰਮਤੀ ਕੀਤੀ ਜਾਵੇ। ਸਰਬਸੰਮਤੀ ਕਰਨ ਦੇ ਵਿੱਚ ਵੀ ਜਿਹੜੇ ਇਲਾਕਾ ਨੌਜਵਾਨ ਸਭਾ ਸੀਗੀ ਉਹਨਾਂ ਨੇ ਸਵਾਲ ਰੱਖੇ ਕਿ ਜਿਹੜੀ ਪੰਚਾਇਤ ਬਣੂਗੀ, ਸਰਪੰਚ ਬਣੂਗਾ,
ਉਹ ਆਹ ਕੰਮ ਆ ਸਾਡੇ ਜੀ ਬਿਲਕੁਲ ਜਿਹੜੇ ਕਾਮਨ ਕੰਮ ਕਰਨ ਵਾਲੇ ਆ। ਜੀ ਜੀ ਕੀ ਕਰੋਗੇ ਜੀ ਜਾਂ ਕਰੋਗੇ ਤਾਂ ਤੁਸੀਂ ਕਿਵੇਂ ਕਰੋਗੇ? ਜੀ 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 ਇਹ ਮਤਲਬ ਉਹਨਾਂ ਕੋਲ ਸਵਾਲ ਪੁੱਛਣ ਦੀ ਇੱਕ ਪਰੰਪਰਾ ਸ਼ੁਰੂ ਹੋਈ ਸੀ, ਜੀ ਬੰਦ ਹੋ ਗਈ, ਜੀ ਬੜੀ ਮਾੜੀ ਗੱਲ ਆ। ਪਰ ਜਿੱਥੇ ਜਿੱਥੇ ਵੀ ਚੱਲੀ ਆ ਲੋਕੀ ਚੇਤਨ, ਜਿੱਥੇ ਜੀ। ਮੈਂ ਸਮਝਦਾ ਲੋਕੀ ਜਿੱਥੇ ਚੇਤਨ ਆ ਉੱਥੇ ਇਹ ਪਰੰਪਰਾ ਚੱਲਦੀ ਆ, ਚੱਲਣੀ ਚਾਹੀਦੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਚੱਲੇ। ਜੀ। ਇਹ ਸਾਡੇ ਭਲੇ ਲਈ ਕੋਈ ਜੀ, ਕੰਮ ਜੀ। ਕਾਰਗਰ ਹੋ ਸਕਦੀ ਜੀ ਬਿਲਕੁਲ। ਜਿਹੜੇ ਵੀ ਐਮਸੀ ਹੈ, ਜੋ ਵੀ ਇਹ ਬਣਦੇ ਹੈਗੇ ਨੇ, ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕੰਮ ਕਰਨਾ, ਵਿਕਾਸ ਕਰਨਾ। ਪਰ ਵਿਕਾਸ ਦੇ ਨਾਲ ਤੇ ਜਦੋਂ ਚੁੱਪ ਕਰਕੇ ਬੈਠ ਜਾਂਦੇ ਨੇ, ਉੱਪਰਲੇ ਲੈਵਲ ਤੇ ਇਕੱਠੇ ਹੋ ਜਾਂਦੇ ਨੇ, ਤੇ ਆਮ ਪਬਲਿਕ ਨੂੰ ਫਿਰ ਵੀ ਉਹੀ ਸਹੂਲਤਾਂ। ਦੇਖੋ ਆਪਾਂ 70 ਸਾਲ ਤੋਂ ਇਤੋਂ ਗਲੀਆਂ ਨਾਲੀਆਂ ਇਹ ਚੀਜ਼ਾਂ ਤੋਂ ਜਿਵੇਂ ਆਪਾਂ ਗੱਲ ਕਰਦੇ ਰਹੇ ਜੀ, ਨਿਕਲਦੇ ਨਹੀਂ, ਕੋਈ ਸੀਵਰੇਜ ਨਹੀਂ ਸਹੀ, ਸਿਸਟਮ ਨਹੀਂ ਸਹੀ ਹੈਗਾ, ਕਿਤੇ ਬਿਜਲੀ ਨਹੀਂ, ਪਾਣੀ ਨਹੀਂ। ਇਹ ਤਿੰਨ ਚੀਜ਼ਾਂ ਮੇਨ ਨੇ। ਲੋਕਾਂ ਦੇ ਰਾਸ਼ਨ ਕਾਰਡ, ਵੋਟ ਕਾਰਡ, ਆਧਾਰ ਕਾਰਡ, ਇਹਨਾਂ ਦੇ ਪ੍ਰੋਬਲਮਸ ਅੱਜ ਵੀ ਲੋਕਾਂ ਨੂੰ ਹੈਗੀਆਂ ਨੇ। ਚਾਹੇ ਜਿਹੜੇ ਵੀ ਐਮਸੀ ਪਹਿਲਾਂ ਬਣਦੇ ਆ ਰਹੇ, ਲੋਕਾਂ ਨਾਲ ਵਾਅਦੇ ਕਰਦੇ ਨੇ ਅਸੀਂ ਇਹ ਵੀ ਕਰਾਵਾਂਗੇ, ਉਹ ਵੀ ਕਰਾਵਾਂਗੇ। ਇੱਕ ਮੈਂ ਹੋਰ ਗੱਲ ਪੁੱਛਣੀ ਚਾਹੁੰਦਾ ਸੀਗਾ ਜੀ, ਜਿੱਥੇ ਸਰਬਸੰਮਤੀ ਹੁੰਦੀ ਆ, ਕੀ ਉੱਥੇ ਕਿਸੇ ਪਾਰਟੀ ਦੀ ਹੁੰਦੀ ਹੈ ਜੀ? ਨਹੀਂ, ਸਰਬਸੰਮਤੀ ਤਾਂ ਲੋਕੀ ਕਰਾਉਂਦੇ ਆ। ਹਾਂ ਬਿਲਕੁਲ ਜੀ ਸਰ, ਮੈਂ ਇਹੀ ਦੱਸਣਾ ਚਾਹਾਂਗਾ। ਸਾਡੇ ਪਿੰਡ ਇੱਕ ਸਰਬਸੰਮਤੀ ਹੋਈ ਜੀ, ਥੋੜੇ ਦਿਨ ਹੋ ਗਏ, ਕੋਆਪਰੇਟਿਵ ਸੋਸਾਇਟੀ ਦੀਆਂ ਚੋਣਾਂ ਸੀਗੀਆਂ, ਉੱਥੇ ਸਰਬਸੰਮਤੀ ਹੋਈ। ਸਰਬਸੰਮਤੀ ਮੀਨ ਸਾਰੇ ਦਲਾਂ ਨੇ ਕਹਿਤਾ ਵੀ ਆਹ ਬੰਦੇ ਸਾਰੇ ਹਾਂਜੀ ਇੱਕ ਮਤ ਹੈ। ਜੀ ਜੀ। ਪਰ ਉੱਥੇ ਇੱਕ ਵਿਸ਼ੇਸ਼ ਪਾਰਟੀ ਵੱਲੋਂ ਜਿਹੜੀਆਂ ਫੋਟੋਆਂ ਖਿੱਚੀਆਂ ਗਈਆਂ, ਉਦੋਂ ਬਾਅਦ ਉਹ ਦੱਸਿਆ ਗਿਆ ਜੀ ਇਹ ਆਮ ਆਦਮੀ ਪਾਰਟੀ ਨੇ ਖੁੰਝਾ ਫੇਰਿਆ। ਮਤਲਬ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਬਹੁਤ ਇਹ ਦੇਖੋ, ਕਿਸੇ ਵੀ ਪਾਰਟੀ ਨੂੰ, ਭਾਵੇਂ ਚਲੋ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ, ਉਹਨਾਂ 'ਚ ਉਤਸ਼ਾਹ ਜ਼ਿਆਦਾ ਹੋ ਸਕਦਾ ਇਸ ਤਰੀਕੇ ਦਾ। ਪਰ ਸੋਸ਼ਲ ਮੀਡੀਆ ਦੀ ਨਜਾਇਜ਼ ਵਰਤੋਂ ਕਰਨ ਵਾਲੀ ਗੱਲ ਹੈ। ਠੀਕ ਹੈ, ਤੁਸੀਂ ਕਹਿ ਸਕਦੇ ਆ ਕਿ ਇਹ ਜਿਹੜੀ ਸਰਬਸੰਮਤੀ ਹੋਈ ਹੈ, ਇਹਦੇ ਵਿੱਚ ਆਹ 5 4 2 ਸਾਡੀ ਵਿਚਾਰਧਾਰਾ ਦੇ ਆ ਜਾਂ ਸਾਡੇ ਨਾਲ ਨਹੀਂ। ਦੇਖੋ ਉਹ ਬਣਦਾ ਨਹੀਂ ਜੀ, ਜਦੋਂ ਬਣੀ ਗਏ ਉਹ, ਜਦੋਂ ਸਰਬਸੰਮਤੀ ਹੋ ਗਈ ਜੀ, ਇੱਕ ਮੀ ਸਰਬਸੰਮਤੀ ਦਲ ਨਾਲ ਸਰਬਸੰਮਤੀ ਦੇ ਵਿੱਚ ਹੋ ਸਕਦਾ ਜੀ। ਜਦੋਂ ਸਰਬਸੰਮਤੀ ਦਾ ਕਨਸੈਪਟ ਆਇਆ ਹੋਊਗਾ, ਉਦੋਂ ਇਹ ਸੋਚਿਆ ਹੋਊਗਾ ਵੀ ਇਸ ਤਰੀਕੇ ਨਾਲ ਸਾਰੀਆਂ ਧਿਰਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇ ਦਈਏ, ਇਦਾਂ ਦੀ ਗੱਲ ਹੋ ਸਕਦੀ ਹੈ। ਪਰ ਜਦੋਂ ਹੋ ਗਈ ਆ ਗੱਲ ਖਤਮ, ਫਿਰ ਤੁਸੀਂ ਉਹ ਨਹੀਂ, ਸਰਬਸੰਮਤੀ ਹੋ ਗਈ, ਫਿਰ ਤੁਸੀਂ ਇਹ ਨਹੀਂ ਕਹਿ ਸਕਦੇ 7 ਵਿੱਚੋਂ 4 ਸਾਡੇ ਜੀ। ਬਿਲਕੁਲ ਉਹ ਕਹਿਣ ਦਾ ਕੋਈ ਉਹ ਗੱਲ ਬੇਅਰਥ ਰਹਿ ਜਾਂਦੀ ਆ। ਔਰ ਉਹ ਗੱਲ ਸਰਬਸੰਮਤੀ ਦੇ ਜਿਹੜਾ ਪਵਿੱਤਰ ਪ੍ਰੋਸੈਸ ਹੈਗੀ ਆ, ਉਹਨੂੰ ਭੰਗ ਕਰਨ ਵਾਲੀ ਗੱਲ ਆ, ਉਹਨੂੰ ਕਲੰਕਿਤ ਕਰਨ ਵਾਲੀ ਗੱਲ ਆ। ਇਹ ਕੁਛ ਲਾਗਾ ਵਾਲੀ ਗੱਲ ਨਹੀਂ ਹੈ। ਇਹਦੇ ਨਾਲ ਕੋਈ ਨਵੀਆਂ ਪਰੰਪਰਾਵਾਂ ਨਹੀਂ ਸ਼ੁਰੂ ਹੁੰਦੀਆਂ, ਸਗੋਂ ਇੱਕ ਜਿਹੜੇ ਲੋਕ ਇਦਾਂ ਦੀ ਹਰਕਤ ਕਰਦੇ ਆ, ਉਹਨਾਂ ਦੇ ਨੰਬਰ ਘਟਦੇ ਹੀ ਆ। ਲੋਕਾਂ ਦੇ ਵਿੱਚ ਉਹਨਾਂ ਪ੍ਰਤੀ ਉਸ ਤਰੀਕੇ ਦੀ ਸਦਭਾਵਨਾ, ਉਸ ਤਰੀਕੇ ਦੀ ਰਿਸਪੈਕਟ ਜਿਹੜੀ ਉਹ ਨਹੀਂ ਰਹਿੰਦੀ। ਸੋ ਜਿਹੜੀ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਜੀ, ਕੱਲ ਨੂੰ ਕੀ, ਹੁਣ ਤਾਂ 2 ਘੰਟੇ ਰਹਿ ਗਏ, 2 ਘੰਟੇ ਤੱਕ ਕੀ ਵੋਟਰਾਂ ਨੂੰ ਕੀ ਸੰਦੇਸ਼ ਦੇ ਰਹੇ ਹੋ? ਮੈਂ ਤਾਂ ਦੇਖੋ ਜੀ ਇਹ ਕਹੂੰਗਾ ਕਿ ਬੇਸ਼ੱਕ ਤੁਸੀਂ ਕਮਿਟਮੈਂਟ ਕਰ ਚੁੱਕੇ ਹੋ, ਕੈਂਡੀਡੇਟ ਤੁਹਾਡੇ ਘਰ ਘਰ ਆ ਕੇ 2 4 ਵਾਰੀ ਤੁਹਾਨੂੰ ਕਹਿ ਚੁੱਕੇ ਹੈਗੇ, ਕਿਉਂਕਿ ਵੱਡੀਆਂ ਕਾਨਫਰੰਸਾਂ ਨਹੀਂ ਹੁੰਦੀਆਂ ਮਿਊਨਿਸਪਲ ਇਲੈਕਸ਼ਨ ਦੇ ਵਿੱਚ। ਉਂਝ ਮਹੱਲੇ ਦੀਆਂ ਮੀਟਿੰਗਾਂ ਹੋ ਸਕਦੀਆਂ, ਕਿਤੇ ਥੜੇ ਤੇ ਇਕੱਠੇ ਬਹਿ ਸਕਦੇ, ਕਿਤੇ ਗੁਰਦੁਆਰੇ ਮੰਦਿਰ ਇਕੱਠੇ ਵੀ ਬਹਿ ਸਕਦੇ ਆ। ਜਿੱਥੇ ਵੀ ਤੁਸੀਂ ਭਾਵੇਂ ਕਮਿਟਮੈਂਟ ਕਰ ਚੁੱਕੇ ਹੋ, ਪਰ ਫਿਰ ਵੀ ਆਪਦੀ ਨਹੁੰ ਦੇ ਉੱਤੇ, ਆਪਣੀ ਉਂਗਲ ਦੇ ਉੱਤੇ ਸਿਆਹੀ ਲਵਾਉਣ ਤੋਂ ਪਹਿਲਾਂ ਇਹ ਫੈਸਲਾ ਜ਼ਰੂਰ ਕਰ ਲਈਓ ਕਿ ਇਸ ਸ਼ਖਸ ਨੇ, ਜਿਹੜਾ ਕੈਂਡੀਡੇਟ ਹੈ, ਇਹਨੇ ਪਿਛਲੇ ਸਮੇਂ 'ਚ ਕੀ ਕੀਤਾ, ਤੁਸੀਂ ਇਹ ਤੋਂ ਉਮੀਦ ਕੀ ਰੱਖਦੇ। ਜਾਂ ਮੈਂ ਵੈਸੇ ਉਂਝ ਇਸ ਪਰਟੀਕੂਲਰ ਇਸੇ ਗੱਲ ਤੇ ਕਹਿਣਾ ਚਾਹੁੰਦਾ, ਜੇ ਸਰਕਾਰ ਤੁਸੀਂ ਸਥਾਨਕ ਸਰਕਾਰ ਬਣਾਉਣੀ ਆ, ਇਹ ਸੋਚ ਕੇ ਨਾ ਬਣਾਈਓ ਕਿ ਅਸੀਂ ਅਕਾਲੀਆਂ ਦੀ ਬਣਾਉਣੀ ਆ, ਇਹ ਸੋਚ ਕੇ ਨਾ ਬਣਾਈਓ ਅਸੀਂ ਕਾਂਗਰਸ ਦੀ ਬਣਾਉਣੀ ਆ, ਇਹ ਸੋਚ ਕੇ ਨਾ ਬਣਾਈਓ ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ। ਇਹ ਜ਼ਰੂਰ ਸੋਚਿਓ ਕਿ ਇਹ ਬੰਦਾ ਚੰਗਾ, ਇਹਦਾ ਪਿਛਲਾ ਕਿਰਦਾਰ ਵੀ ਚੰਗਾ, ਇਹਨੇ ਪਿਛਲੇ ਸਮੇਂ ਵਿੱਚ ਚੰਗੇ ਕੰਮ ਕੀਤੇ ਆ, ਤੇ ਐਤਕੀ ਇਹਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ। ਜਾਂ ਪਿਛਲੇ ਕੰਮ ਨਹੀਂ ਵੀ ਚੰਗੇ ਕੀਤੇ, ਉਂਝ ਉਹ ਬੰਦਾ ਪ੍ਰੋਗਰੈਸਿਵ ਵਿਚਾਰਾਂ ਦਾ ਹੈਗਾ, ਉਹ ਮੋਹਰੇ ਹੋ ਕੇ ਕੰਮ ਕਰਨ ਦੀ ਭਾਵਨਾ ਰੱਖਦਾ, ਬੰਦੇ ਦੀ ਪਛਾਣ ਝੱਟ ਹੋ ਜਾਂਦੀ। ਬਿਲਕੁਲ ਜੀ। ਮੈਂ ਕਹਿਣਾ ਵੀ ਆਖਰੀ ਘੰਟੇ ਦੇ ਵਿੱਚ ਵੀ ਜਿਹੜੇ ਬੰਦੇ ਬੂਥ ਦੇ ਉੱਤੇ ਹੁੰਦੇ ਨੇ, ਉਹਨਾਂ ਨੂੰ ਜੇ ਸਵਾਲ ਜਵਾਬ ਕੀ ਕੀਤੇ ਜਾਣ, ਵੀ ਦੇਖੋ ਅਸੀਂ ਵੋਟ ਪਾ ਦੇਣਾ, ਪਰ ਕੁਐਸਚਨ ਆਨਸਰਿੰਗ ਹੋਊਗੀ, ਫੇਰ ਨਾ ਤੁਸੀਂ ਟਬੂਸੀਆਂ ਮਾਰੋ ਵੀ ਸਾਡੇ ਬੰਦੇ ਨੇ ਜੀ। ਬਿਲਕੁਲ ਜੀ। ਚਲੋ ਜੀ, ਹੁਣ ਤਾਂ 2 ਘੰਟੇ ਬਾਅਦ ਪੋਲਿੰਗ ਸ਼ੁਰੂ ਹੈਗੀ ਆ। ਸਾਨੂੰ ਉਮੀਦ ਕਰਨੀ ਚਾਹੀਦੀ ਆ, ਸਾਡੀਆਂ ਸ਼ੁਭ ਇਛਾਵਾਂ ਵੀ ਹੈਗੀਆਂ ਕਿ ਸੁੱਖ ਸਵੱਲੀ ਸਾਰਾ ਕੁਝ ਹੋਵੇ ਜੀ। ਬਿਲਕੁਲ। ਇੱਕ ਜਾਂਦੇ ਇਹ ਵੀ ਪੁੱਛਣਾ ਚਾਹਾਂਗੇ, ਇੱਕ ਇਲੈਕਸ਼ਨ ਕਮਿਸ਼ਨ ਆ, ਦੇਖੋ ਇੰਡੀਆ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਰਾਹੀਂ ਜਿੰਨੀਆਂ ਵੀ ਵੋਟਾਂ ਹੁੰਦੀਆਂ ਨੇ, ਆਏ ਵਾਰੀ ਆਪਾਂ ਨਿਊਜ਼ ਦੇ ਵਿੱਚ, ਖਬਰਾਂ ਦੇ ਵਿੱਚ ਸੁਣਦੇ ਪੜ੍ਹਦੇ ਰਹਿੰਦੇ ਆ ਵੀ ਧੱਜੀਆਂ ਉੜੀਆਂ ਨੇ ਉਹਨਾਂ ਦੇ ਜਿਹੜੀਆਂ ਹਦਾਇਤਾਂ ਨੇ। ਹਾਈ ਕੋਰਟ ਨੇ ਇੱਕ ਬਿਆਨ ਦਿੱਤਾ ਜੀ, ਹੁਣੇ ਅੱਜ ਹੀ ਫੈਸਲਾ ਦਿੱਤਾ। ਹਾਈ ਕੋਰਟ ਨੇ ਕਿਹਾ ਜੀ, ਜੇ ਕੋਈ ਕੈਂਡੀਡੇਟ ਇਲੈਕਸ਼ਨ ਰੂਮ ਤੋਂ, ਵੋਟਿੰਗ ਜਿਹੜਾ ਪੋਲਿੰਗ ਬੂਥ ਆ ਉਦੋਂ ਬਾਹਰ ਉਹਦੀ ਵੀਡੀਓਗ੍ਰਾਫੀ ਕਰਨੀ ਚਾਹਵੇ ਤਾਂ ਕਰ ਲਵੇ, ਇਜਾਜ਼ਤ ਆ। ਪਹਿਲਾਂ ਇਜਾਜ਼ਤ ਨਹੀਂ ਸੀ ਹੁੰਦੀ, ਕਿਉਂਕਿ ਲੋਕਾਂ ਨੇ ਇਲੈਕਸ਼ਨ ਕਮਿਸ਼ਨ ਤੱਕ ਪਹੁੰਚ ਕੀਤੀ, ਔਰ ਫਿਰ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਕਿ ਨਹੀਂ ਜੀ, ਉਹ ਤਾਂ ਸਰਕਾਰ ਦੇ ਵਿਕਿਆ ਹੋਇਆ, ਸਰਕਾਰ ਦਾ ਹੀ ਟੂਲ ਹੈਗਾ।
ਹਾਈ ਕੋਰਟ ਨੇ ਕਹਿਤਾ ਜੀ ਅਸੀਂ ਇਹ ਨਹੀਂ ਕਹਿੰਦੇ ਟੂਲ ਹੈਗਾ ਕਿ ਨਹੀਂ ਹੈਗਾ, ਵਿਕਿਆ ਹੈਗਾ ਕਿ ਨਹੀਂ ਹੈਗਾ, ਜੀ। ਜ਼ਬਰਦਸਤੀ ਠੋਸਿਆ ਹੈਗਾ ਕਿ ਨਹੀਂ ਹੈਗਾ, ਉਹ ਕਾਨੂੰਨ ਦੀ ਪਾਲਣਾ ਕਰਦਾ ਕਿ ਨਹੀਂ ਕਰਦਾ। ਜੀ। ਜੇ ਤੁਹਾਨੂੰ ਸ਼ੱਕ ਹੈ ਕਿ ਉੱਥੇ ਕੋਈ ਹੇਰਾਫੇਰੀ ਹੋਊਗੀ ਜੀ। ਤਾਂ ਤੁਸੀਂ ਫਿਰ ਉਹਦੀ ਵੀਡੀਓਗ੍ਰਾਫੀ ਕਰ ਸਕਦੇ ਆ, ਪਰ ਪੋਲਿੰਗ ਬੂਥ ਤੋਂ ਬਾਹਰ। ਜੀ ਬਿਲਕੁਲ ਜੀ। ਹੁਣ ਪੋਲਿੰਗ ਬੂਥ ਤੋਂ ਬਾਹਰ ਵੀਡੀਓਗ੍ਰਾਫੀ ਹੋਣੀ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਜੀ। ਉਂਝ ਜੇ ਕੋਈ ਆਪਣੇ ਕੈਮਰੇ ਤੇ ਹੀ ਕਰੀ ਜਾਂਦਾ ਕੋਈ ਮੋਬਾਈਲ ਤੇ, ਜੀ। ਉਹ ਸ਼ਾਇਦ ਅਸੈਪਟੇਬਲ ਨਹੀਂ ਹੋਣੀ। ਜੀ। ਤੁਸੀਂ ਬਕਾਇਦਾ ਕਿਸੇ ਅਧਿਕਾਰਤ ਵਿਅਕਤੀ ਨੂੰ, ਕਿਸੇ ਵੀਡੀਓਗ੍ਰਾਫਰ ਨੂੰ ਸੱਦ ਕੇ ਵੀਡੀਓਗ੍ਰਾਫੀ ਕਰਵਾ ਸਕਦੇ ਹੋ। ਫਿਰ ਉਹ ਬੰਦਾ ਉਹ ਸਰਟੀਫਾਈ ਕਰੇ ਕਿ ਹਾਂ ਮੈਂ ਇਹ ਇਸ ਦਿਨ ਨੂੰ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਇਹ ਵੀਡੀਓਗ੍ਰਾਫੀ ਕੀਤੀ ਸੀ ਔਰ ਮੈਂ ਇਹਦੇ ਲਈ ਰਿਸਪੌਂਸਿਬਿਲਿਟੀ ਲੈਣਾ, ਮੇਰੇ ਕੈਮਰੇ ਦੇ ਵਿੱਚ ਇਹ ਹੈਗੀ ਹੈ, ਵੀਡੀਓਗ੍ਰਾਫਰ ਦੇ ਕੈਮਰੇ ਦੇ ਵਿੱਚ। ਤੇ ਉਹ ਕੋਰਟ ਸ਼ਾਇਦ ਉਹਦੇ ਬਾਰੇ ਕੁਝ ਸੋਚ ਲਊਗੀ ਜੇ ਕੋਈ ਗੜਬੜ ਹੋਈ ਤਾਂ। ਜੀ ਬਿਲਕੁਲ। ਵੈਸੇ ਉੱਥੇ ਜਿੰਨੇ ਵੀ ਪੋਲਿੰਗ ਬੂਥ ਹੁੰਦੇ ਨੇ ਉੱਥੇ ਵੀਡੀਓਗ੍ਰਾਫੀ ਹੁੰਦੀ ਹੈ, ਪਿਛਲੇ 2-3 ਇਲੈਕਸ਼ਨਾਂ ਤੋਂ ਸੁਣਦੇ ਆ ਰਹੇ ਹਾਂ, ਦੇਖਿਆ ਵੀ ਹੈਗਾ, ਉੱਥੇ ਆਲਰੇਡੀ ਹੁੰਦੀ ਆ। ਉਹ ਕਰਦੇ ਜੀ ਆਪਣੇ ਲੈਵਲ ਤੇ ਕਰਦੇ, ਪਰ ਉਹਨਾਂ ਨੂੰ ਮਾਨਤਾ ਨਹੀਂ ਮਿਲਦੀ। ਐਤਕੀ ਹਾਈ ਕੋਰਟ ਨੇ ਕਿਹਾ ਜੀ ਬਿਲਕੁਲ। ਅਸੀਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਹੋਰ ਚੱਲ ਰਹੀ ਹੈਗੀ ਆ ਜੀ, ਇੱਕ ਬਜ਼ੁਰਗ ਬੰਦਾ ਉਹ ਵੋਟ ਪਾਉਣ ਜਾਂਦਾ ਤੇ ਵੋਟਰ ਬੰਦੇ ਨੂੰ ਜਿਹੜਾ ਪਵਾ ਰਿਹਾ ਹੁੰਦਾ ਉਹਨੂੰ ਕਹਿੰਦਾ ਵੀ ਇੱਕ ਵੋਟ ਦੇਖਿਓ ਹੈਗੀ ਆ, ਵੀ ਤੁਹਾਡੀ ਚਾਚੀ ਦੀ ਵੋਟ ਆ। ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰਨੀ ਚਾਹਾਂਗੇ ਜਾਂਦੇ ਵੀ ਚਾਚੀ ਦੀ ਵੋਟ ਆ। ਉਹ ਦੇਖ ਕੇ ਕਹਿੰਦਾ ਜੀ ਉਹ ਤਾਂ ਵੋਟ ਪਾ ਗਈ। ਉਹ ਬਾਅਦ ਚ ਉਹ ਬੰਦਾ ਪੁੱਛਦਾ ਉਹਨੂੰ, ਕਹਿੰਦਾ ਵੀ ਤੁਸੀਂ ਇਕੱਠੇ ਨਹੀਂ ਆਉਂਦੇ? ਉਹ ਕਹਿੰਦਾ ਯਾਰ ਤੇਰੀ ਚਾਚੀ ਮਰੀ ਹੁੰਦਾ 20 ਸਾਲ ਹੋ ਗਏ ਵੀ, ਪਰ ਵੋਟ ਮੇਰੇ ਤੋਂ ਪਹਿਲਾਂ ਪਾ ਜਾਂਦੀ ਆ, ਮੈਂ ਉਹਦੀ ਵੇਟ ਕਰਦਾ ਰਿਹਾ ਵੀ ਇਹਨਾਂ ਚੀਜ਼ਾਂ ਬਾਹਰ ਖੜਾ ਡੁੱਕੀ ਜਾਂਦਾ ਸੀਗਾ। ਮੈਂ ਵੋਟ ਦੀ ਇੱਕ ਵਾਰੀ ਪਈ। ਯਾਨੀ ਇਹ ਤਾਂ ਤੁਸੀਂ ਕਹਿਣਾ ਚਾਹੁੰਦੇ ਹੋ ਤੁਹਾਡਾ ਸਟਾਇਰ ਬੜਾ ਤਕੜਾ ਹੈਗਾ ਕਿ ਕੁਝ ਵੋਟਾਂ ਇਦਾਂ ਦੀਆਂ, ਸਾਰੀਆਂ ਨਹੀਂ, ਕੁਝ ਵੋਟਾਂ ਇਦਾਂ ਦੀਆਂ ਜਾਲੀ ਵੋਟਾਂ ਕਹਿ ਸਕਦੇ ਆ, ਮਰਿਆਂ ਦੀਆਂ ਵੋਟਾਂ ਕਹਿ ਸਕਦੇ ਆ, ਉੱਥੋਂ ਮੂਵ ਹੋ ਕੇ ਦੀ ਵੋਟਾਂ ਕਹਿ ਸਕਦੇ ਆ। ਅਸੀਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿੱਚ ਬੈਠੇ ਵਾਇਸ ਆਫ ਇੰਡੀਆ ਦੇ ਸਟੂਡੀਓ 'ਚ ਗੱਲ ਕਰ ਰਹੇ ਹਾਂ, ਉਹ ਸਾਰਾ ਸਾਡੀਆਂ ਵੋਟਾਂ ਵੀ ਉੱਥੇ ਕਿਸੇ ਨੇ ਬਣਾ ਰੱਖੀਆਂ ਜੀ, ਆਪਣੀਆਂ ਹੈਗੀਆਂ ਨੇ ਜੀ। ਠੀਕ ਹੈ, ਵੋਟਾਂ ਹੈਗੀਆਂ ਨੇ ਜੀ, ਕੋਈ ਹੋ ਸਕਦਾ ਕੋਈ ਪਾ ਜਾਂਦਾ, ਕੋਈ ਹੋਰ ਪਾ ਗਿਆ ਜਾਂ ਪਾਊਗਾ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ। ਇਹਨਾਂ ਗੱਲਾਂ ਦੇ ਨਾਲ ਕੋਈ ਵੱਡਾ ਨਹੀਂ ਬਣ ਜਾਣਾ। ਸੇ ਜੇ ਉਹਨਾਂ ਕੈਂਡੀਡੇਟਾਂ ਦੇ ਬਾਰੇ ਵੀ ਮੈਨੂੰ ਗੱਲ ਕਹਿਣ 'ਚ ਕੋਈ ਹਰਜ ਨਹੀਂ ਕਿ ਤੁਹਾਨੂੰ ਲੋਕਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਤੁਸੀਂ ਇਮਾਨਦਾਰੀ ਦੇ ਨਾਲ ਆਉਣ ਵਾਲੇ 5 ਸਾਲ ਜਦੋਂ ਤੱਕ ਤੁਹਾਡੇ ਕੋਲ ਇਹ ਜ਼ਿੰਮੇਵਾਰੀ ਰਹਿਣੀ ਆ, ਇਮਾਨਦਾਰੀ ਨਾਲ ਕੰਮ ਕਰਿਓ। ਕਿਸੇ ਸਰਕਾਰ ਦੇ ਦਬਾਅ ਹੇਠ ਨਹੀਂ, ਕਿਸੇ ਅਫਸਰ ਦੇ ਦਬਾਅ ਹੇਠ ਨਹੀਂ, ਲੋਕਾਂ ਦਾ ਦਬਾਅ ਜ਼ਰੂਰ ਝੱਲਿਓ। ਲੋਕੀ ਜੋ ਕਹਿੰਦੇ ਆ ਉਹ ਸੱਚ ਹੈ। ਹਾਂ, ਜੇ ਕੋਈ ਲੋਕਾਂ ਵਿੱਚੋਂ ਵੀ ਤੁਹਾਨੂੰ ਲੱਗਦਾ ਕੋਈ ਧੜਾ ਜਿਹੜਾ ਵਾ ਉਹ ਤੁਹਾਨੂੰ ਪ੍ਰੈਸ਼ਰਾਈਜ਼ ਕਰਦਾ, ਬੇਸ਼ੱਕ ਖੁੱਲੇ ਆਮ ਪਬਲਿਕਲੀ ਸਾਂਝੇ ਥਾਂ ਤੇ ਖੜ ਕੇ ਖਲੋ ਕੇ ਬਹਿ ਕੇ ਇਹ ਕਹਿ ਦਿਓ ਕਿ ਇਹ ਕੰਮ ਗਲਤ ਸੀ, ਮੈਂ ਗਲਤ ਕਰਨ ਤੋਂ ਨਾ ਕਰ ਦਿੱਤੀ, ਲੋਕੀ ਤੁਹਾਨੂੰ ਦੱਸ ਦੇਣਗੇ ਤੁਸੀਂ ਠੀਕ ਹੋ ਕਿ ਗਲਤ ਹੋ। ਜੀ ਬਿਲਕੁਲ। ਮੈਨੂੰ ਲੱਗਦਾ ਕਿ ਇਸ ਤੋਂ ਵੱਧ ਹੋਰ ਗੱਲਾਂ ਕਰਨ ਦਾ ਸਾਨੂੰ ਬਹੁਤਾ ਚਾਅ ਨਹੀਂ ਹੈ ਕੋਈ। ਅਸੀਂ ਜ਼ਰੂਰ ਇਹ ਸ਼ੁਭ ਸ਼ਾਮਾਂ ਜਿਹੜੀਆਂ ਉਹ ਦਿੰਨੇ ਆਪਣੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਨੂੰ, ਨੌਜਵਾਨਾਂ ਨੂੰ, ਕਿ ਤੁਸੀਂ ਸ਼ਾਂਤੀਪੂਰਵਕ ਤੁਹਾਨੂੰ ਮੌਕਾ ਮਿਲਿਆ ਤੇ ਇਹਨੂੰ ਸ਼ਾਂਤੀ ਪੂਰਵਕ ਹੀ ਇਸ ਮੌਕੇ ਦਾ ਜਿਹੜਾ ਤੁਸੀਂ ਕਿਉਂਕਿ ਜਿਹੜੇ ਵੋਟਾਂ ਪਾਉਣ ਜਾ ਰਹੇ ਨੇ ਆਪਣੇ ਗਲੀ ਮਹੱਲੇ ਦੇ ਬੰਦੇ ਨੇ। ਬਿਲਕੁਲ ਜੀ, ਚਾਚੇ ਤਾਏ ਭੈਣ ਭਰਾ ਆਪਸ ਦੀ ਭਾਈਚਾਰਾ ਪਹਿਲਾ ਜੀ, ਬਾਅਦ ਦੇ ਵਿੱਚ ਰਾਜਨੀਤੀ। ਬਿਲਕੁਲ ਜੀ ਬਿਲਕੁਲ। ਤੁਸੀਂ ਜਿਹਨੂੰ ਵੋਟ ਨਹੀਂ ਪਾਉਣੀ ਉਹਨੂੰ ਤੇ ਤੁਸੀਂ ਮੂੰਹ ਤੇ ਨਹੀਂ ਕਹਿ ਸਕਦੇ ਤੇ ਉਹਨੂੰ ਲੜੋ ਬਣਾ ਦੇ ਨਾਲ ਕਿ ਨਹੀਂ ਤੂੰ ਸਾਡਾ ਕੀ ਸਵਾਰਿਆ, ਇਦਾਂ ਦੀ ਕੋਈ ਗੱਲ ਨਾ ਕਰੋ। ਇਹਨੂੰ ਸੁੱਖ ਸਵੱਲੀ ਜਿਹੜਾ ਹੈਗਾ ਵਾ ਨੇਪਰੇ ਚਾੜੋ। 17 ਤਰੀਕ ਨੂੰ ਜਦੋਂ ਤੁਸੀਂ ਕੈਂਡੀਡੇਟ ਜਿੱਤ ਜਾਣਗੇ ਜਾਂ ਜਿਹਨਾਂ ਨੂੰ ਤੁਸੀਂ ਜਿਤਾ ਦਿਓਗੇ ਉਹਨਾਂ ਬਾਰੇ ਫਿਰ ਗੱਲ ਕਰਾਂਗੇ। ਥੈਂਕ ਯੂ ਵੈਰੀ ਮਚ, ਮਿਹਰਬਾਨੀ ਜੀ।